स्टूडेंट्स वेलकम। अज का जो अपना टॉपिक है पेपर 9 एजुकेशनल पॉलिसी एंड प्लैनिंग इन कंटैंपरेरी इंडिया का नैक्सट टॉपिक करांगे असीं बिरला अंबानी रिपोर्ट दियां उचेरी सिक्ख्या लई सिफारिशां रिकमेंडेशनस ऑफ बिरला अंबानी रिपोर्ट फॉर हायर एजुकेशन। ਇਹਦੇ ਵਿੱਚ ਜਿਹੜੀ ਹਾਇਰ ਐਜੂਕੇਸ਼ਨ ਆ ਉਹਦੇ ਨਾਲ ਰਿਲੇਟਡ ਕਿਹੜੀਆਂ ਸਿਫਾਰਿਸ਼ਾਂ ਦਿੱਤੀਆਂ ਗਈਆਂ ਸੀ ਜਿਹੜੀਆਂ ਮੇਨ ਨੇ ਅਸੀਂ ਉਹਨਾਂ ਬਾਰੇ ਹੀ ਗੱਲ ਕਰਾਂਗੇ ਤੇ ਕੁਐਸਚਨ ਇੰਪੋਰਟੈਂਟ ਵੀ ਹੈ। ਸਭ ਤੋਂ ਪਹਿਲਾਂ ਹੈ ਪ੍ਰਾਇਮਰੀ ਅਤੇ ਸੈਕੰਡਰੀ ਐਜੂਕੇਸ਼ਨ। ਪ੍ਰਾਇਮਰੀ ਐਂਡ ਸੈਕੰਡਰੀ ਐਜੂਕੇਸ਼ਨ ਇਸ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਪ੍ਰਾਇਮਰੀ ਸਿੱਖਿਆ ਨੂੰ ਮੁਫਤ ਤੇ ਲਾਜ਼ਮੀ ਕਰਨ ਦੇ ਵਿਚਾਰ ਦਿੱਤੇ ਗਏ। ਪ੍ਰਾਇਮਰੀ ਸਿੱਖਿਆ ਦੇ ਏਜੰਡੇ ਵਿੱਚ ਸਭ ਤੋਂ ਉੱਪਰ ਹੋਣੀ ਚਾਹੀਦੀ ਹੈ, ਮੀਨਸ ਇਹਨੂੰ ਪ੍ਰਾਇਓਰਟੀ ਦਿੱਤੀ ਜਾਣੀ ਚਾਹੀਦੀ ਹੈ। ਇਸੇ ਤਰ੍ਹਾਂ ਜਿਹੜੀ ਸੈਕੰਡਰੀ ਐਜੂਕੇਸ਼ਨ ਉਹ ਵੀ ਕੰਪਲਸਰੀ ਹੋਣੀ ਚਾਹੀਦੀ ਹੈ। 14 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੇ ਲਈ ਲਾਜ਼ਮੀ ਸਿੱਖਿਆ ਦੀ ਸੰਵਿਧਾਨਕ ਵਚਨਬੱਧਤਾ ਤੋਂ ਦੂਰ ਨਹੀਂ ਜਾਣਾ ਚਾਹੀਦਾ। ਮੀਨਸ ਜਿਵੇਂ ਕਿ ਆਪਣੀ ਕੌਨਸਟੀਟਿਊਸ਼ਨ ਦੇ ਵਿੱਚ ਲਿਖਿਆ ਗਿਆ ਕਿ 6 ਤੋਂ 14 ਸਾਲ ਤੱਕ ਦੇ ਬੱਚਿਆਂ ਦੀ ਐਜੂਕੇਸ਼ਨ ਫ੍ਰੀ ਅਤੇ ਕੰਪਲਸਰੀ ਹੋਣੀ ਚਾਹੀਦੀ ਹੈ, ਉਹ ਵੀ ਇਸ ਰਿਪੋਰਟ ਦੇ ਵਿੱਚ ਸੇਮ ਹੀ ਕਿਹਾ ਗਿਆ। ਨੈਕਸਟ ਹੈ ਅਧਿਆਪਨ ਟੀਚਿੰਗ। ਅਧਿਆਪਕਾਂ ਨੂੰ ਜਿਹੜੀ ਕੰਟੀਨਿਊਟੀ ਦੇ ਵਿੱਚ ਟ੍ਰੇਨਿੰਗ ਹੈ ਉਹ ਦਿੱਤੀ ਜਾਣੀ ਚਾਹੀਦੀ ਹੈ ਅਤੇ ਜਿਹੜੀ ਕੁਆਲਿਟੀ ਹੈ ਉਹ ਅਪਗ੍ਰੇਡ ਦੇ ਲਈ ਜਿਹੜੇ ਨਿਯਮ ਨੇ ਉਹ ਬਣਾਉਣੇ ਚਾਹੀਦੇ ਨੇ। ਨੈਕਸਟ ਹੈ ਟੈਕਨੋਲੋਜੀ। ਸਮਾਰਟ ਸਕੂਲਾਂ ਦੀ ਵਿਵਸਥਾ ਜਿਸ ਵਿੱਚ ਕੰਪਿਊਟਰ ਨੈਟਵਰਕ ਅਤੇ ਜਿਹੜੀ ਹੋਰ ਸਮੱਗਰੀ ਹੈ ਉਹ ਏਕੀਕ੍ਰਿਤ ਹੋਵੇ। ਲਿਆਉਣ ਲਈ ਜਿਹੜੀ ਸੂਚਨਾ ਤਕਨੋਲੋਜੀ ਦੇ ਵਿਸਤ੍ਰਿਤ ਅਤੇ ਵਿਕਾਸਸ਼ੀਲ ਸੋਮਿਆਂ ਦਾ ਜਿਹੜਾ ਲਾਭ ਹੈ ਉਹ ਵੀ ਉਠਾਉਣਾ ਚਾਹੀਦਾ ਹੈ। ਮੀਨਸ ਕਿ ਜਿਹੜੀ ਟੈਕਨੋਲੋਜੀ ਹੈ ਉਹਦੀ ਵੱਧ ਤੋਂ ਵੱਧ ਵਰਤੋਂ ਕਰਨੀ ਹੈ। ਨੈਕਸਟ ਹੈ ਇੰਦਰੀਆਂ ਰਾਹੀਂ ਸਿੱਖਣਾ, ਸੈਂਸਰੀ ਲਰਨਿੰਗ। ਪ੍ਰੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਅਤੇ ਪ੍ਰਾਇਮਰੀ ਸਿੱਖਿਆ ਦੇ ਵਿੱਚ ਜਿਹੜੀ ਉਤੇਜਨਾ ਹੈ ਉਹਦੇ ਵਿੱਚ ਵਾਧਾ ਕਰਨ ਦੇ ਲਈ ਜਿਹੜਾ ਟੀਚਿੰਗ ਪ੍ਰੋਸੈਸ ਹੈ ਉਹਦੇ ਵਿੱਚ ਗਿਆਨ ਇੰਦਰੀਆਂ ਦੇ ਰਾਹੀਂ ਜਿਹੜਾ ਗਿਆਨ ਆ ਉਹ ਵੱਧ ਵੰਡਣਾ ਚਾਹੀਦਾ ਹੈ। ਮੀਨਸ ਬੱਚਿਆਂ ਨੂੰ ਗਿਆਨ ਇੰਦਰੀਆਂ ਦੀ ਵਰਤੋਂ ਦੁਆਰਾ ਵੱਧ ਤੋਂ ਵੱਧ ਸਿਖਾਇਆ ਜਾਣਾ ਚਾਹੀਦਾ ਹੈ। ਸਿੱਖਿਆ ਦਾ ਉਦੇਸ਼ ਕਲਾਕਾਰੀ, ਖੁਸ਼ੀ ਅਤੇ ਸਿਹਤਮੰਦ ਮਨੋਵਿਗਿਆਨਿਕ ਵਿਕਾਸ ਵਿੱਚ ਵਾਧਾ ਕਰਨ ਦਾ ਹੋਣਾ ਚਾਹੀਦਾ ਆ। ਨੈਕਸਟ ਹੈ ਸਿੱਖਿਆ ਲਈ ਸਿੱਖਣ ਲਈ ਸਿੱਖਣਾ, ਲਰਨਿੰਗ ਟੂ ਲਰਨ। ਇਹਦੇ ਅਨੁਸਾਰ ਇਸ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਸਿੱਖਣ ਪ੍ਰਕਿਰਿਆ ਨੂੰ ਅਭਿਆਸਾਂ ਮੀਨਸ ਪ੍ਰੈਕਟਿਸ ਅਤੇ ਜਿਹੜੇ ਐਕਸਪੀਰੀਅੰਸ ਰਾਹੀਂ ਲਾਗੂ ਕਰਨ ਦੇ ਉੱਪਰ ਜ਼ੋਰ ਦੇਣਾ ਚਾਹੀਦਾ ਹੈ। ਅਧਿਆਪਕ ਦਾ ਰੋਲ ਇੱਕ ਅਧਿਆਪਕ ਤੋਂ ਇੱਕ ਸਹਾਇਕ ਤੱਕ ਤਬਦੀਲ ਹੋਣਾ ਚਾਹੀਦਾ ਹੈ। ਸਹਾਇਕ ਮੀਨਸ ਜਿਹੜਾ ਅਧਿਆਪਕ ਹੈ ਉਹਨੇ ਬੱਚਿਆਂ ਦੀ ਹੈਲਪ ਕਰਨੀ ਹੈ, ਬੱਚਿਆਂ ਦੀ ਸਹਾਇਤਾ ਕਰਨੀ ਹੈ। ਨੈਕਸਟ ਹੈ ਕਿੱਤਾਕਾਰੀ ਸਿੱਖਿਆ, ਵੋਕੇਸ਼ਨਲ ਐਜੂਕੇਸ਼ਨ। ਸੈਕੰਡਰੀ ਲੈਵਲ 'ਤੇ ਅਤੇ ਇਸ ਤੋਂ ਉੱਪਰ ਜਿਹੜੀ ਸਿੱਖਿਆ ਉਹਦੇ ਵਿੱਚ ਵੋਕੇਸ਼ਨਲ ਟ੍ਰੇਨਿੰਗ ਹੈ ਉਹ ਲਾਜ਼ਮੀ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਜੋ ਜਿਹੜੇ ਵਿਦਿਆਰਥੀ ਨੇ ਉਹ ਕੋਈ ਨਾ ਕੋਈ ਜਿਹੜਾ ਵੋਕੇਸ਼ਨ ਹੈ ਉਸ ਤੋਂ ਬਾਅਦ ਚੂਜ਼ ਕਰਕੇ ਆਪਣਾ ਕੰਮ ਕਰ ਸਕਣ। ਦੂਰਵਰਤੀ ਸਿੱਖਿਆ, ਡਿਸਟੈਂਸ ਐਜੂਕੇਸ਼ਨ। ਰਸਮੀ ਸਿੱਖਿਆ ਪ੍ਰਣਾਲੀ ਦੇ ਨਾਲ ਨਾਲ ਸਿੱਖਿਆ ਜਿਹੜੇ ਵਿਕਲਪੀ ਪ੍ਰਣਾਲੀ ਦੇ ਰੂਪ ਵਿੱਚ ਜਿਹੜੀ ਡਿਸਟੈਂਸ ਐਜੂਕੇਸ਼ਨ ਆ ਉਹਨੂੰ ਵੀ ਪ੍ਰਮੋਟ ਕੀਤਾ ਜਾਣਾ ਚਾਹੀਦਾ ਹੈ। ਡਿਸਟੈਂਸ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਤੋਂ ਭਾਵ ਇਹ ਹੈ ਕਿ ਜਿਹੜੇ ਵਿਦਿਆਰਥੀ ਕਿਸੇ ਵੀ ਰੀਜ਼ਨ ਕਰਕੇ ਰੈਗੂਲਰ ਨਹੀਂ ਪੜ੍ਹ ਸਕਦੇ ਤਾਂ ਉਹ ਆਪਣੀ ਜਿਹੜੀ ਐਜੂਕੇਸ਼ਨ ਉਹ ਡਿਸਟੈਂਸ ਦੇ ਰਾਹੀਂ ਕੰਪਲੀਟ ਕਰ ਸਕਣ। ਮੁੱਲ ਪ੍ਰਣਾਲੀ, ਵੈਲਿਊ ਸਿਸਟਮ। ਪ੍ਰੀ ਪ੍ਰਾਇਮਰੀ ਲੈਵਲ 'ਤੇ ਹੀ ਜਿਹੜੀ ਵੈਲਿਊ ਦੀ ਐਜੂਕੇਸ਼ਨ ਆ ਉਹਦੇ ਉੱਪਰ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਪ੍ਰਾਇਮਰੀ ਸੈਕੰਡਰੀ ਅਤੇ ਹਾਇਰ ਐਜੂਕੇਸ਼ਨ ਦੇ ਵਿੱਚ ਵੀ ਜਿਹੜੇ ਵੈਲਿਊਜ਼ ਨੇ ਉਹਨਾਂ ਦੀ ਸਿੱਖਿਆ ਨੂੰ ਜਿਹੜੀ ਪੁਨਰਬਲ ਹੈ, ਰੀਇਨਫੋਰਸਮੈਂਟ ਹੈ ਉਹ ਪ੍ਰੋਵਾਈਡ ਕੀਤੀ ਜਾਣੀ ਚਾਹੀਦੀ ਹੈ। ਨੈਕਸਟ ਸਾਂਝੀ ਰਾਸ਼ਟਰੀ ਸਮੱਗਰੀ, ਕਾਮਨ ਨੈਸ਼ਨਲ ਕੰਟੈਂਟ। ਸਕੂਲ ਲੈਵਲ 'ਤੇ ਜਿਹੜੀ ਸਾਰਾ ਕੰਟੈਂਟ ਹੈ ਨੈਸ਼ਨਲ ਲੈਵਲ 'ਤੇ ਮੀਨਸ ਕਾਮਨ ਹੋਣਾ ਚਾਹੀਦਾ ਹੈ ਜਿਹਦੇ ਵਿੱਚ ਭਾਸ਼ਾ, ਇਤਿਹਾਸ ਅਤੇ ਸੱਭਿਆਚਾਰ ਦੇ ਪੱਖ ਤੋਂ ਅਤੇ ਖੇਤਰੀ ਅਤੇ ਸਥਾਨਕ ਬਦਲਾਅ ਵੀ ਕੀਤੇ ਜਾ ਸਕਦੇ ਨੇ। ਮੀਨਸ ਪੂਰੇ ਨੈਸ਼ਨਲ ਲੈਵਲ 'ਤੇ ਪੂਰੇ ਦੇਸ਼ ਦੇ ਵਿੱਚ ਜਿਹੜਾ ਕਾਮਨ ਨੈਸ਼ਨਲ ਕੰਟੈਂਟ ਪੜ੍ਹਾਇਆ ਜਾਵੇਗਾ ਬਟ ਜਿਹੜੀ ਲੈਂਗੁਏਜ ਆ ਉਹ ਸਟੇਟ ਦੇ ਅਕੋਰਡਿੰਗ ਅਤੇ ਉੱਥੋਂ ਦਾ ਜਿਹੜਾ ਇਤਿਹਾਸ ਅਤੇ ਕਲਚਰ ਹੈ ਉਹਨੂੰ ਅਸੀਂ ਸਟੇਟ ਦੇ ਅਕੋਰਡਿੰਗ ਚੇਂਜ ਕਰ ਸਕਦੇ ਹਾਂ। ਪ੍ਰਬੰਧ ਜਾਂ ਮੈਨੇਜਮੈਂਟ ਦਾ ਵਿਕੇਂਦਰੀਕਰਨ, ਡੀਸੈਂਟਰਲਾਈਜੇਸ਼ਨ ਆਫ ਮੈਨੇਜਮੈਂਟ। ਵਿੱਦਿਅਕ ਪ੍ਰਬੰਧ ਦਾ ਜਿਹੜਾ ਵਿਕੇਂਦਰੀਕਰਨ ਹੈ, ਡੀਸੈਂਟਰਲਾਈਜੇਸ਼ਨ ਉਹ ਕਰਨਾ ਚਾਹੀਦਾ। ਮੀਨਸ ਕਿ ਸ਼ਕਤੀਆਂ ਦੀ ਜਿਹੜੀ ਵੰਡ ਆ ਉਹ ਕਰਨੀ ਚਾਹੀਦੀ ਹੈ। ਪ੍ਰਾਇਮਰੀ ਅਤੇ ਸੈਕੰਡਰੀ ਪੱਧਰ ਦੀ ਸਿੱਖਿਆ ਅਤੇ ਹੋਰ ਸਾਖਰਤਾ ਪ੍ਰੋਗਰਾਮਾਂ ਦੇ ਲਈ ਜਿਹੜੇ ਵਿੱਤੀ ਪ੍ਰਬੰਧ ਨੇ ਅਤੇ ਹੋਰ ਪ੍ਰਬੰਧ ਨੇ ਉਹ ਪੰਚਾਇਤ ਪੱਧਰ 'ਤੇ ਸੌਂਪਣੇ ਚਾਹੀਦੇ ਨੇ। ਮੀਨਸ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਨੂੰ ਡੀਸੈਂਟਰਲਾਈਜੇਸ਼ਨ ਕਰਨਾ, ਉਹਨਾਂ ਦੀ ਵੰਡ ਕਰਨੀ ਆ। ਨੈਕਸਟ ਹੈ ਸਾਂਝੀਆਂ ਦਾਖਲਾ ਪ੍ਰੀਖਿਆਵਾਂ, ਕਾਮਨ ਐਡਮਿਸ਼ਨ ਟੈਸਟਸ। ਪ੍ਰੋਫੈਸ਼ਨਲ ਕੋਰਸਾਂ ਦੇ ਵਿੱਚ ਦਾਖਲੇ ਦੇ ਲਈ ਜਿਹੜੇ ਰਾਸ਼ਟਰੀ ਮਾਪਦੰਡ ਨੇ ਜਿਵੇਂ ਕਿ ਸੈਟ, GRE, GMAT ਦੇ ਜਿਹੜੇ ਟੈਸਟ ਹੁੰਦੇ ਨੇ ਉਹਨਾਂ ਦੇ ਆਧਾਰ 'ਤੇ ਇੱਕ ਸਾਂਝੀ ਜਿਹੜੀ ਦਾਖਲਾ ਪ੍ਰਣਾਲੀ ਹੈ, ਪ੍ਰੀਖਿਆ ਪ੍ਰਣਾਲੀ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਸਮਕਾਲੀ ਤੌਰ 'ਤੇ ਜਿਹੜੇ ਮਾਈਗ੍ਰੇਸ਼ਨ ਸਰਟੀਫਿਕੇਟ ਦਾ ਸਿਸਟਮ ਆ ਉਹ ਵੀ ਬੰਦ ਹੋਣਾ ਚਾਹੀਦਾ ਹੈ ਅਤੇ ਇੱਕ ਜਿਹੜਾ ਪ੍ਰੋਫੈਸ਼ਨਲ ਕ੍ਰੈਡਿਟ ਟਰਾਂਸਫਰ ਪ੍ਰਣਾਲੀ ਦੇ ਆਧਾਰ 'ਤੇ ਵਿਦਿਆਰਥੀਆਂ ਨੂੰ ਇੱਕ ਇੰਸਟੀਚਿਊਟ ਤੋਂ ਕਿਸੇ ਦੂਸਰੇ ਇੰਸਟੀਚਿਊਟ ਦੇ ਵਿੱਚ ਜਾਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਮੀਨਸ ਕਿ ਜੇਕਰ ਇੱਕ ਬੱਚਾ ਇੱਕ ਇੰਸਟੀਚਿਊਟ ਦੇ ਵਿੱਚ ਪਹਿਲਾਂ ਪੜ੍ਹ ਰਿਹਾ ਤਾਂ ਦੂਸਰੇ ਦੇ ਵਿੱਚ ਉਹ ਐਡਮਿਸ਼ਨ ਲੈ ਸਕਦਾ ਹੈ ਜੇਕਰ ਪਹਿਲੇ ਦੇ ਵਿੱਚ ਉਹ ਕਿਸੇ ਵੀ ਰੀਜ਼ਨ ਕਰਕੇ ਕੰਟੀਨਿਊ ਨਹੀਂ ਰੱਖ ਸਕਦਾ।
ਨੈਕਸਟ ਹੈ ਬਾਜ਼ਾਰ ਕੇਂਦਰਿਤ ਸਿੱਖਿਆ, ਮਾਰਕੀਟ ਓਰੀਐਂਟਡ ਐਜੂਕੇਸ਼ਨ। ਸਿੱਖਿਆ ਨੂੰ ਮਾਰਕੀਟ ਕੇਂਦਰਿਤ ਬਣਾਉਣ ਦੇ ਉਦੇਸ਼ ਤੋਂ ਸਕੂਲਾਂ ਨੂੰ ਮੀਨਜ਼ ਸਥਾਈ ਰੂਪ ਵਿੱਚ ਸਿੱਖਣ ਸਮੱਗਰੀ ਅਤੇ ਜਿਹੜੀਆਂ ਸਹੂਲਤਾਂ ਨੇ ਉਹਨਾਂ ਨੂੰ ਅਪਗ੍ਰੇਡ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਨੈਕਸਟ ਹੈ ਸਿੱਖਿਆ ਬੁਨਿਆਦੀ ਢਾਂਚਾ, ਹਾਰਡਵੇਅਰ, ਐਜੂਕੇਸ਼ਨ ਇਨਫਰਾਸਟਰਕਚਰ ਹਾਰਡਵੇਅਰ। ਸਰਕਾਰੀ ਸਕੂਲਾਂ ਦੇ ਲਈ ਜਿਹੜੀ ਬਿਲਡਿੰਗ ਹੈ, ਟੈਲੀਕਾਮ ਨੈਟਵਰਕ ਹੋ ਗਿਆ, ਅਤੇ ਜਿਹੜੇ ਕੰਪਿਊਟਰ ਨੇ ਉਹਨਾਂ ਦੇ ਲਈ ਬੁਨਿਆਦੀ ਢਾਂਚਾ ਫੰਡ ਮੀਨਜ਼ ਕਿ ਪ੍ਰਾਇਓਰਟੀ ਬੇਸ 'ਤੇ ਇਹਨਾਂ ਨੂੰ ਜਾਰੀ ਕੀਤੇ ਜਾਣੇ ਚਾਹੀਦੇ ਨੇ, ਅਤੇ ਇਹਦੇ ਨਾਲ ਹੀ ਜਿਹੜੀਆਂ ਯੂਨੀਵਰਸਿਟੀਆਂ ਲਈ ਫੰਡ ਦੀ ਰਾਸ਼ੀ ਘਟਾਉਣੀ ਚਾਹੀਦੀ ਹੈ, ਅਤੇ ਉਹਨਾਂ ਨੂੰ ਉਦੇਸ਼ ਦੀ ਪ੍ਰਾਪਤੀ ਦੇ ਲਈ ਜਿਹੜੀ ਸੈਲਫ ਸੈਟਿਸਫੈਕਸ਼ਨ ਦੇ ਰਸਤੇ ਦੇ ਉੱਪਰ ਚੱਲਣਾ ਚਾਹੀਦਾ ਹੈ। ਨੈਕਸਟ ਹੈ ਸਿੱਖਿਆ ਬੁਨਿਆਦੀ ਢਾਂਚਾ, ਸਮੱਗਰੀ ਵਿਕਾਸ, ਐਜੂਕੇਸ਼ਨ ਇਨਫਰਾਸਟਰਕਚਰ, ਕੰਟੈਂਟ ਡਿਵੈਲਪਮੈਂਟ। ਸਮੱਗਰੀ ਹੁੰਦਾ ਹੈ ਕੰਟੈਂਟ ਦੀ ਡਿਵੈਲਪਮੈਂਟ ਦੇ ਵਿੱਚ ਜਿਹੜੀ ਆਧੁਨਿਕਤਾ ਹੈ ਉਹਨੂੰ ਕੰਟੀਨਿਊਟੀ ਦੇ ਰੂਪ ਵਿੱਚ ਲਾਗੂ ਕਰਨਾ ਚਾਹੀਦਾ ਹੈ। ਮੀਨਜ਼ ਜੋ ਮਾਡਰਨਿਟੀ ਆ ਰਹੀ ਹੈ ਕੰਟੈਂਟ ਦੇ ਵਿੱਚ ਉਹਨੂੰ ਲਾਗੂ ਜ਼ਰੂਰ ਕਰਨਾ ਚਾਹੀਦਾ ਹੈ। ਜਿਹੜੀ ਪੁਰਾਣੀ ਸਮੱਗਰੀ ਹੈ ਉਹਨੂੰ ਬਦਲ ਕੇ ਸਮੱਗਰੀ ਨੂੰ ਅੱਗੋਂ ਡਿਵੈਲਪਮੈਂਟ ਉਹਦੀ ਕਰਨ ਦੇ ਲਈ ਮੌਜੂਦ ਜਿਹੜੇ ਯੰਤਰ ਨੇ ਅਤੇ ਜਿਹੜੀਆਂ ਨਵੀਆਂ ਟੈਕਨੀਕਸ ਨੇ ਉਹਨਾਂ ਦੀ ਵਰਤੋਂ ਵੀ ਕੀਤੀ ਜਾਣੀ ਚਾਹੀਦੀ ਹੈ। ਨੈਕਸਟ ਹੈ ਸਰਕਾਰ ਦਾ ਰੋਲ, ਗੌਰਮੈਂਟ ਰੋਲ। ਸਰਕਾਰ ਦੀ ਵੀ ਕੁਝ ਜ਼ਿੰਮੇਵਾਰੀਆਂ ਬਣਦੀਆਂ ਨੇ। ਸਭ ਤੋਂ ਪਹਿਲਾਂ ਜਿਹੜੀ ਪ੍ਰਾਇਮਰੀ ਸਿੱਖਿਆ ਉਹਨੂੰ ਮੁਫਤ ਅਤੇ ਲਾਜ਼ਮੀ ਬਣਾਉਣਾ, ਅਤੇ ਜਿਹੜੇ ਲੋੜੀਂਦੇ ਫੰਡ ਨੇ ਉਹਨਾਂ ਦਾ ਪ੍ਰਬੰਧ ਵੀ ਕਰਨਾ ਹੈ। 100% ਜਿਹੜੀ ਲਿਟਰੇਸੀ ਹੈ ਉਹ ਲਿਆਉਣ ਦੇ ਲਈ ਫੰਡ ਜਾਰੀ ਕਰਨੇ ਨੇ। ਇਸ ਤਰ੍ਹਾਂ ਦੇ ਖੇਤਰਾਂ ਦੇ ਵਿੱਚ ਜਿੱਥੇ ਕੋਈ ਮਾਰਕੀਟ ਕੇਂਦਰਤਾ ਨਹੀਂ ਹੈ ਉੱਥੇ ਮਦਦ ਵੀ ਕਰਨੀ ਹੈ। ਉਚੇਰੀ ਸਿੱਖਿਆ ਦੇ ਕੇਂਦਰਾਂ ਦੀ ਜਿਹੜੀ ਚੋਣਵੀਂ ਸਹਾਇਤਾ ਅਤੇ ਫੰਡ ਦਾ ਕੁਝ ਹਿੱਸਾ ਉਹਨਾਂ ਨੂੰ ਵੀ ਪ੍ਰਦਾਨ ਕਰਨਾ ਹੈ। ਵਿਦਿਆਰਥੀਆਂ ਨੂੰ ਕਰਜ਼ੇ ਲਈ ਵਿੱਤੀ ਸਹਾਇਤਾ ਗਰੰਟੀ ਵੀ ਪ੍ਰਦਾਨ ਕਰਨੀ ਹੈ। ਸਮੱਗਰੀ ਅਤੇ ਗੁਣਵੱਤਾ ਵਿੱਚ ਇਕਸਾਰਤਾ ਯਕੀਨੀ ਬਣਾਉਣੀ ਹੈ। ਵਿਦਿਅਕ ਵਿਕਾਸ ਦੀ ਜਿਹੜੀ ਯੋਜਨਾਬੰਦੀ ਹੈ, ਪਲੈਨਿੰਗ ਆ, ਉਹ ਵੀ ਕਰਨੀ ਹੈ। ਇਹ ਰੋਲ ਹੋਏਗਾ ਇਹਦੇ ਵਿੱਚ ਸਰਕਾਰ ਦਾ। ਮੀਨਜ਼ ਜਿਹੜੀਆਂ ਸਿਫਾਰਸ਼ਾਂ ਕੀਤੀਆਂ ਜਾ ਰਹੀਆਂ ਨੇ ਹਾਇਰ ਐਜੂਕੇਸ਼ਨ ਦੇ ਲਈ, ਹਾਇਰ ਐਜੂਕੇਸ਼ਨ ਦੀ ਪ੍ਰਾਈਵੇਟਾਈਜੇਸ਼ਨ ਦੇ ਲਈ। ਨੈਕਸਟ ਹੈ ਸਰਕਾਰੀ ਕੰਟਰੋਲ, ਗੌਰਮੈਂਟ ਕੰਟਰੋਲ। ਅਜਿਹੇ ਇੰਸਟੀਚਿਊਟ ਜੋ ਫੰਡਿੰਗ ਲਈ ਸਰਕਾਰ ਆਧਾਰਿਤ ਨਹੀਂ ਹਨ, ਮੀਨਜ਼ ਸਰਕਾਰ ਦੇ ਉੱਪਰ ਡਿਪੈਂਡ ਨਹੀਂ ਕਰਦੇ ਜਾਂ ਛੋਟੇ ਪੱਧਰ ਦੀ ਫੰਡਿੰਗ ਪ੍ਰਾਪਤ ਕਰਦੇ ਹਨ, ਉਹਨਾਂ ਨੂੰ ਆਪਰੇਸ਼ਨਾਂ ਦੇ ਕਿਰਿਆਵਾਂ ਦੀ ਆਜ਼ਾਦੀ ਅਤੇ ਨਵ ਪਰਿਵਰਤਨ ਮੀਨਜ਼ ਰੀਓਰੀਐਂਟ ਕਰਨ ਦੇ ਲਈ ਜਿਹੜੀ ਫਲੈਕਸੀਬਿਲਿਟੀ ਆ ਉਹ ਵੀ ਪ੍ਰੋਵਾਈਡ ਕੀਤੀ ਜਾਣੀ ਚਾਹੀਦੀ ਹੈ। ਪ੍ਰਾਈਵੇਟ ਯੂਨੀਵਰਸਿਟੀਆਂ, ਜਿਹੜੀਆਂ ਯੂਨੀਵਰਸਿਟੀਆਂ ਨੇ ਉਹ ਪ੍ਰਾਈਵੇਟ ਨੂੰ ਮੀਨਜ਼ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਸਾਇੰਸ ਅਤੇ ਜਿਹੜੀ ਟੈਕਨੋਲੋਜੀ ਹੈ, ਪ੍ਰਬੰਧ ਅਤੇ ਵਿੱਤੀ ਖੇਤਰਾਂ ਦੇ ਵਿੱਚ ਨਵੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਸਥਾਪਨਾ ਨੂੰ ਉਤਸ਼ਾਹਿਤ ਕਰਨ ਦੇ ਲਈ ਪ੍ਰਾਈਵੇਟ ਜਿਹੜਾ ਯੂਨੀਵਰਸਿਟੀ ਬਿੱਲ ਆ ਉਹ ਵੀ ਪਾਸ ਹੋਣਾ ਚਾਹੀਦਾ ਹੈ। ਨੈਕਸਟ ਹੈ ਰੇਟਿੰਗ ਪ੍ਰਣਾਲੀ, ਰੇਟਿੰਗ ਸਿਸਟਮ। ਭਾਰਤ ਵਿੱਚ ਮੌਜੂਦ ਜਿੰਨੇ ਵੀ ਸਾਰੇ ਵਿਦਿਅਕ ਸੰਸਥਾਵਾਂ ਜਿਵੇਂ ਕਿ ਸਕੂਲ, ਕਾਲਜ, ਯੂਨੀਵਰਸਿਟੀਆਂ ਦੀ ਸਮਾਂਬੱਧ ਰੇਟਿੰਗ ਦੀ ਜਿਹੜੀ ਪ੍ਰਣਾਲੀ ਹੈ ਉਹ ਸ਼ੁਰੂ ਕਰਨੀ ਚਾਹੀਦੀ ਹੈ, ਜੋ ਸੁਤੰਤਰ ਏਜੰਸੀਆਂ ਦੁਆਰਾ ਨਿਸ਼ਚਿਤ ਮਿਆਰਾਂ ਦੇ ਆਧਾਰ 'ਤੇ ਕਰਨੀ ਚਾਹੀਦੀ ਹੈ। ਮੀਨਜ਼ ਜਿਵੇਂ ਕਿ ਤੁਸੀਂ ਸੁਣਿਆ ਹੈਗਾ ਵੀ ਇਹ ਕਾਲਜ ਨੂੰ, ਯੂਨੀਵਰਸਿਟੀ ਨੂੰ A+ ਗ੍ਰੇਡ ਹੈ, ਇਹਨੂੰ A ਗ੍ਰੇਡ ਮਿਲਿਆ ਹੋਇਆ, ਇਹ ਹੈ ਰੇਟਿੰਗ ਸਿਸਟਮ। ਨੈਕਸਟ ਹੈ ਵਿਦੇਸ਼ੀ ਪ੍ਰਤੱਖ ਨਿਵੇਸ਼, ਫੋਰਨ ਡਾਇਰੈਕਟ ਇਨਵੈਸਟਮੈਂਟ। ਸਿੱਖਿਆ ਦੇ ਖੇਤਰ ਵਿੱਚ ਵਿਦੇਸ਼ੀ ਪ੍ਰਤੱਖ ਨਿਵੇਸ਼ ਦੀ ਆਗਿਆ ਵੀ ਹੋਣੀ ਚਾਹੀਦੀ ਹੈ। ਮੀਨਜ਼ ਜਿਹੜਾ ਇਨਵੈਸਟਮੈਂਟ ਹੈ ਉਹ ਡਾਇਰੈਕਟ ਹੋਣੀ ਚਾਹੀਦੀ ਹੈ, ਉਹਦੀ ਪਰਮਿਸ਼ਨ ਹੋਣੀ ਚਾਹੀਦੀ ਹੈ। ਸ਼ੁਰੂ ਵਿੱਚ ਜਿਹੜੀ ਇਨਵੈਸਟਮੈਂਟ ਹੈ ਉਹ ਸਿਰਫ ਸਾਇੰਸ ਅਤੇ ਟੈਕਨੋਲੋਜੀ ਦੇ ਖੇਤਰਾਂ ਤੱਕ ਹੀ ਸੀਮਿਤ ਹੋਣੀ ਚਾਹੀਦੀ ਹੈ। ਨੈਕਸਟ ਹੈ ਵਿੱਤੀ ਪ੍ਰਬੰਧ, ਫਾਈਨਾਂਸਿੰਗ। ਪ੍ਰਾਇਮਰੀ ਅਤੇ ਸਾਖਰਤਾ ਸਿੱਖਿਆ ਲਈ, ਸਾਖਰਤਾ ਮੀਨਜ਼ ਜਿਹੜੇ ਅਸੀਂ ਅਡਲਟਸ ਨੂੰ ਐਜੂਕੇਸ਼ਨ ਦੇਣੀ ਹੈ ਉਹਦੇ ਲਈ ਇੱਕ ਵਿਦਿਅਕ ਵਿਕਾਸ ਫੰਡ ਵੀ ਸਥਾਪਿਤ ਕਰਨਾ ਚਾਹੀਦਾ ਹੈ। ਇਸ ਫੰਡ ਵਿੱਚ ਆਉਣ ਵਾਲੀ ਦਾਨ ਰਾਸ਼ੀ ਨੂੰ ਆਮਦਨ ਟੈਕਸ ਤੋਂ ਰਹਿਤ ਕਰਨਾ ਚਾਹੀਦਾ ਹੈ। ਸਮਕਾਲੀ ਤੌਰ 'ਤੇ ਜਿਹੜੀ ਉਚੇਰੀ ਸਿੱਖਿਆ ਲਈ ਸਿੱਖਿਆ ਦੀ ਕੀਮਤ ਦੇ ਵਿੱਤੀ ਪ੍ਰਬੰਧ ਲਈ ਇੱਕ ਕ੍ਰੈਡਿਟ ਮਾਰਕੀਟ ਦਾ ਵਿਕਾਸ ਕੀਤਾ ਜਾਣਾ ਚਾਹੀਦਾ ਹੈ। ਭਾਰਤੀ ਸਿੱਖਿਆ ਦੀ ਵਿਦੇਸ਼ਾਂ ਵਿੱਚ ਮਾਰਕੀਟਿੰਗ ਇੰਡੀਅਨ ਐਜੂਕੇਸ਼ਨ ਅਬਰੋਡ। ਭਾਰਤੀ ਜਿਹੜੀਆਂ ਸੰਸਥਾਵਾਂ ਨੇ, ਇੰਸਟੀਚਿਊਟਸ ਨੇ ਅਤੇ ਯੂਨੀਵਰਸਿਟੀਆਂ ਨੇ ਉਹਨਾਂ ਨੂੰ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲੇ ਵਾਸਤੇ ਖਿੱਚਣ ਦੇ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਸ਼ੁਰੂ ਵਿੱਚ ਸਾਡੇ ਜਿਹੜੇ ਮੌਜੂਦਾ ਉੱਤਮਤਾ ਦੇ ਕੇਂਦਰ ਨੇ, ਮੀਨਜ਼ ਜਿੱਥੇ ਸੁਪੀਰੀਅਰਿਟੀ ਹੈ, ਜਿਨ੍ਹਾਂ ਦੇ ਸਟੈਂਡਰਡ ਹਾਈ ਹੈ, ਜਿਨ੍ਹਾਂ ਦੀ ਅੰਤਰਰਾਸ਼ਟਰੀ ਲੈਵਲ 'ਤੇ ਵਧੀਆ ਸਥਿਤੀ ਹੈ, ਵਿੱਚ ਜਿਹੜੇ ਅੰਤਰਰਾਸ਼ਟਰੀ ਸਕੂਲ ਨੇ ਉਹ ਸਥਾਪਿਤ ਕੀਤੇ ਜਾਣੇ ਚਾਹੀਦੇ ਹਨ। ਨੈਕਸਟ ਹੈ ਪੋਲੀਟੀਜ਼ਾਈਜੇਸ਼ਨ, ਰਾਜਨੀਤੀਕਰਨ। ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਉਹ ਯੂਨੀਵਰਸਿਟੀਆਂ ਅਤੇ ਵਿਦਿਅਕ ਸੰਸਥਾਵਾਂ ਤੋਂ ਦੂਰ ਰਹਿਣਗੀਆਂ। ਮੀਨਜ਼ ਕਿਸੇ ਵੀ ਤਰ੍ਹਾਂ ਦੀ ਜਿਹੜੀ ਇੰਟਰਫੇਅਰੈਂਸ ਹੈ ਉਹ ਨਹੀਂ ਹੋਏਗੀ। ਯੂਨੀਵਰਸਿਟੀਆਂ ਦੇ ਕੈਂਪਸਾਂ ਅਤੇ ਵਿਦਿਅਕ ਸੰਸਥਾਵਾਂ ਵਿੱਚ ਕਿਸੇ ਵੀ ਕਿਸਮ ਦੀ ਜਿਹੜੀ ਰਾਜਨੀਤਿਕ ਗਤੀਵਿਧੀ ਉਹਦੇ ਉੱਪਰ ਰੋਕ ਹੋਣੀ ਚਾਹੀਦੀ ਹੈ। ਨੈਕਸਟ ਹੈ ਸਿੱਖਿਆ ਅਤੇ ਆਰਥਿਕ ਸੁਤੰਤਰਤਾ, ਐਜੂਕੇਸ਼ਨ ਐਂਡ ਇਕਨੋਮਿਕ ਫਰੀਡਮ। ਆਰਥਿਕਤਾ ਨੂੰ ਕੰਟਰੋਲ ਤੋਂ ਮੁਕਤ ਰੱਖਣਾ ਹੈ ਤਾਂ ਜੋ ਸਿੱਖਿਆ ਲਈ ਮਾਰਕੀਟ ਦੇ ਨਿਰਮਾਣ ਕਰਨ ਵਾਲੇ ਜਿਹੜੇ ਨਵੇਂ ਮੌਕੇ ਨੇ ਉਹਨਾਂ ਦਾ ਲਾਭ ਉਠਾਇਆ ਜਾ ਸਕੇ। ਸਿੱਖਿਆ ਵਿੱਚ ਖੋਜ, ਰਿਸਰਚ ਇਨ ਐਜੂਕੇਸ਼ਨ। ਅੰਡਰ ਗ੍ਰੈਜੂਏਟ ਸਿੱਖਿਆ ਪੱਧਰ ਤੋਂ ਹੀ ਸਾਰੇ ਖੇਤਰਾਂ ਦੇ ਵਿੱਚ ਜਿਹੜੀ ਖੋਜ ਹੈ ਉਹਨੂੰ ਮੋਟੀਵੇਟ ਕੀਤਾ ਜਾਣਾ ਚਾਹੀਦਾ ਹੈ। ਮੀਨਜ਼ ਜਦੋਂ ਬੱਚੇ ਅੰਡਰ ਗ੍ਰੈਜੂਏਟ ਹੀ ਹੁੰਦੇ ਨੇ ਉਸ ਟਾਈਮ ਤੋਂ ਹੀ। ਨੈਕਸਟ ਹੈ ਸਰੀਰਕ ਸਿੱਖਿਆ,
ਪਾਠ ਸਹਾਇਕ ਕਿਰਿਆਵਾਂ, ਫਿਜ਼ੀਕਲ ਐਜੂਕੇਸ਼ਨ ਐਂਡ ਐਕਸਟਰਾ ਕੋ ਕਰਿਕੂਲਰ ਐਕਟੀਵਿਟੀਜ਼। ਪ੍ਰਾਇਮਰੀ ਲੈਵਲ ਤੋਂ ਹੀ ਜਿਹੜੇ ਜ਼ਰੂਰੀ ਬੁਨਿਆਦੀ ਢਾਂਚੇ ਦਾ ਪ੍ਰਬੰਧ ਕਰਕੇ ਇੱਕ ਤਾਂ ਖੇਡ ਨਾਲ ਰਿਲੇਟਡ ਐਕਟੀਵਿਟੀਜ਼ ਨੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਪ੍ਰਾਇਮਰੀ ਅਤੇ ਸੈਕੰਡਰੀ ਲੈਵਲ 'ਤੇ ਜਿਹੜੀਆਂ ਪਾਠ ਸਹਾਇਕ ਕਿਰਿਆਵਾਂ ਨੇ ਮੀਨਸ ਕੋ ਕਰਿਕੂਲਰ ਐਕਟੀਵਿਟੀਜ਼ ਨੇ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਹਫ਼ਤੇ ਦੇ ਵਿੱਚ ਇੱਕ ਦਿਨ ਜਿਹੜਾ ਇਹਨਾਂ ਗਤੀਵਿਧੀਆਂ ਦੇ ਲਈ ਤੈਅ ਕਰਨਾ ਚਾਹੀਦਾ ਹੈ। ਨੈਕਸਟ ਹੈ REC ਅਤੇ ITI ਨੂੰ ਅਪਡੇਟ ਕਰਨਾ। ਜੇਕਰ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਸਕਿਲਡ ਦੇ ਨਾਲ ਭਰਪੂਰ ਟੈਕਨੀਕਲ ਹਿਊਮਨ ਰਿਸੋਰਸਿਸ ਦੀ ਵਧੀ ਹੋਈ ਮੰਗ ਨੂੰ ਪੂਰਾ ਕਰਨਾ ਹੈ ਅਸੀਂ ਨੇ, ਤਾਂ ਖੇਤਰੀ ਸਿੱਖਿਆ ਕੇਂਦਰਾਂ ਅਤੇ ਜਿਹੜੇ ਇੰਡਸਟਰੀਅਲ ਟ੍ਰੇਨਿੰਗ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਪਾਠਕ੍ਰਮ ਅਤੇ ਜਿਹੜੀਆਂ ਬੁਨਿਆਦੀ ਸਟਰਕਚਰ ਦੇ ਵਿੱਚ ਫੈਸਿਲਿਟੀਜ਼ ਦੀਆਂ ਸਹੂਲਤਾਂ ਨੇ ਉਹਨਾਂ ਨੂੰ ਵੀ ਅਪਗ੍ਰੇਡ ਕਰਨਾ ਚਾਹੀਦਾ ਹੈ। ਨੈਕਸਟ ਹੈ ਟ੍ਰੇਨਡ ਅਧਿਆਪਕਾਂ ਦੇ ਵਿਕਾਸ ਦੇ ਪੱਖ ਤੋਂ ਉਹਨਾਂ ਨੂੰ ਕੁਝ ਸਮਾਂ ਪੇਂਡੂ ਖੇਤਰਾਂ ਦੇ ਵਿੱਚ ਸੇਵਾ ਕਰਨ ਦਾ ਜਿਹੜਾ ਮੌਕਾ ਹੈ ਉਹ ਜ਼ਰੂਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਮੌਕਾ ਦੇ ਕੇ ਟ੍ਰੇਨਡ ਵੀ ਕੀਤਾ ਜਾਣਾ ਚਾਹੀਦਾ ਹੈ। ਨੈਕਸਟ ਹੈ ਵਿਕਲਪਿਕ ਸਿੱਖਿਆ ਮੌਕੇ, ਅਲਟਰਨੇਟਿਵ ਐਜੂਕੇਸ਼ਨ ਆਪਰਚੁਨਿਟੀਜ਼। ਵਰਕਿੰਗ ਅਤੇ ਸਿੱਖਿਆ ਤੋਂ ਵੰਚਿਤ ਵਿਦਿਆਰਥੀਆਂ ਦੇ ਲਈ, ਬੱਚਿਆਂ ਦੇ ਲਈ ਜਿਹੜੇ ਵਿਕਲਪਿਕ ਸਿੱਖਿਆ ਦੇ ਮੌਕੇ ਨੇ ਉਹ ਪ੍ਰਦਾਨ ਕਰਨ ਦੇ ਲਈ ਵੱਡੀ ਗਿਣਤੀ ਦੇ ਜਿਹੜੇ ਪ੍ਰੋਗਰਾਮ ਨੇ ਉਹ ਵੀ ਸ਼ੁਰੂ ਕੀਤੇ ਜਾਣੇ ਚਾਹੀਦੇ ਨੇ, ਤਾਂ ਜੋ ਅਸੀਂ ਉਹਨਾਂ ਬੱਚਿਆਂ ਨੂੰ ਵੀ ਜਿਹੜੀ ਕੁਆਲਿਟੀ ਦੀ ਐਜੂਕੇਸ਼ਨ ਉਹ ਪ੍ਰੋਵਾਈਡ ਕਰ ਸਕੀਏ। ਨੈਕਸਟ ਹੈ ਅਧਿਆਪਕ ਇੱਕ ਸੁਵਿਧਾ ਪ੍ਰਦਾਨ ਕਰਤਾ, ਟੀਚਰ ਐਜ਼ ਫੈਸਿਲੀਟੇਟਰ। ਅਧਿਆਪਕ ਨੇ ਸਕੂਲ ਦੇ ਵਿੱਚ ਕੀ ਕੰਮ ਕਰਨਾ ਹੈ, ਕਲਾਸ ਦੇ ਵਿੱਚ ਬੱਚਿਆਂ ਨੂੰ ਮੌਕਾ ਦੇਣਾ ਹੈ ਕੰਮ ਕਰਨ ਦਾ, ਐਕਟੀਵਿਟੀ ਕਰਨ ਦਾ। ਮੀਨਸ ਕਿ ਬੱਚੇ ਨੂੰ ਜਿੱਥੇ ਕੋਈ ਪ੍ਰੋਬਲਮ ਆਉਂਦੀ ਹੈ ਉੱਥੇ ਉਹਦੀ ਹੈਲਪ ਕਰਨੀ ਹੈ, ਮੀਨਸ ਇੱਕ ਪਲੇਟਫਾਰਮ ਪ੍ਰੋਵਾਈਡ ਕਰਨਾ ਹੈ ਟੀਚਰ ਨੇ। ਡੀਅਰ ਸਟੂਡੈਂਟਸ, ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ। ਥੈਂਕਸ ਫॉर ਵਾਚਿੰਗ।